ਵਿੱਚ ਰੁੱਝੇ ਹੋਏ ਨੇ ਤੇ ਉਹ ਭੁੱਲੇ ਹੋਏ ਹਨ। ਹੁਕਮਨਾਮੇ ਦੀ ਵਿਚਾਰ ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ 10 ਮਿੰਟ ਬਾਕੀ ਆਪਾਂ ਇਤਿਹਾਸ ਦੀ ਵਿਚਾਰ ਕਰਨੀ। ਪਹਿਲੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਕਹਿੰਦੇ ਦੇ ਹਿੰਦੂ ਹੈ ਦੇ ਮੁਸਲਮਾਨ ਹੈ। ਜਿਹੜੀ ਆਤਮਾ ਹੈ ਉਹਦੇ ਤੇ ਕੋਈ ਭੇਖ ਨਹੀਂ ਹੈ। ਆਤਮਾ ਜਿਹੜੀ ਉਹ ਦੋਵਾਂ ਤੋਂ ਨਿਰਾਲੀ ਹੈ। ਅਸੀਂ ਸਰੀਰ ਕਰਕੇ ਹਿੰਦੂ ਹਾਂ, ਸਰੀਰ ਕਰਕੇ ਮੁਸਲਮਾਨ ਹਾਂ, ਸਰੀਰ ਕਰਕੇ ਅਸੀਂ ਸਿੱਖ ਹਾਂ, ਸਰੀਰ ਕਰਕੇ ਅਸੀਂ ਈਸਾਈ ਹਾਂ, ਸਰੀਰ ਕਰਕੇ ਹੀ ਸਾਡੇ ਨਾਮ ਹਨ ਤੇ ਸਰੀਰ ਕਰਕੇ ਹੀ ਸਾਡੀਆਂ ਮੱਤਾਂ ਨੇ ਤੇ ਸਾਡੇ ਭੇਖ ਨੇ ਤੇ ਅਸੀਂ ਆਪਣੇ ਆਪ ਨੂੰ ਮਜ਼ਹਬਾਂ ਨਾਲ ਜੋੜਦੇ ਹਾਂ। ਪਰ ਆਤਮਾ ਦਾ ਕੋਈ ਇਹ ਮਜ਼ਹਬ ਨਹੀਂ ਹੈ, ਉਹਦਾ ਕੋਈ ਇਹ ਧਰਮ ਨਹੀਂ ਹੈ। ਆਤਮਾ ਜਿਹੜੀ ਉਹ ਨਿਰਲੇਪ ਹੈ ਤੇ ਅਸੰਗ ਹੈ। ਆਤਮਾ ਤੇ ਇੰਨੀ ਅਸੰਗ ਹੈ ਕਿ ਆਤਮਾ ਨੂੰ ਨਾ ਅੱਗ ਸਾੜ ਸਕਦੀ, ਨਾ ਪਾਣੀ ਡੋਬ ਸਕਦਾ, ਨਾ ਹਵਾ ਉਡਾ ਸਕਦੀ ਹੈ, ਨਾ ਉਹਨੂੰ ਅਸੀਂ ਜ਼ਮੀਨ 'ਚ ਦੱਬ ਸਕਦੇ ਹਾਂ, ਨਾ ਉਹਨੂੰ ਉਡਾ ਸਕਦੇ ਹਾਂ। ਉਹ ਤੇ ਨੈਨਨ ਛਿਜੰਤੀ ਸ਼ਸਤਰਿਆਣੀ, ਨੈਨਨ ਦਿਜੰਤੀ ਪਾਵਕਾ, ਨਾਚ ਕਲਿਅੰਤੇ ਆਪੋ ਨੈਨਨ, ਨੈਨਨ ਸੋ ਸਰਤੀ ਮਾਰਤਾ। ਗੀਤਾ ਵਿੱਚ ਕ੍ਰਿਸ਼ਨ ਜੀ ਨੇ ਇਹ ਆਤਮਾ ਬਾਰੇ ਲਿਖਿਆ ਹੈ। ਤੋ ਗੁਰੂ ਸਾਹਿਬ ਜੀ ਵੀ ਫਰਮਾਉਂਦੇ ਨੇ ਕਿ ਆਤਮਾ ਅਸੰਗ ਹੈ, ਆਤਮਾ ਨਿਰਲੇਪ ਹੈ। ਤੋ ਇਹ ਗੱਲਾਂ ਸੁਣ ਕੇ ਕਾਜੀ ਲੋਕ ਚੁੱਪ ਕਰਕੇ ਬੈਠਣ ਵਾਲੇ ਨਹੀਂ ਸਨ। ਕਾਜੀ ਨੇ ਫਿਰ ਹੋਰ ਤਰਕ ਕੀਤੀ। ਤਰਕ ਕਰਦੇ ਹੋਏ ਕਿਹਾ ਕਿ ਜੇ ਸਭ ਇੱਕ ਹਨ ਤਾਂ ਸਾਡੇ ਨਾਲ ਨਮਾਜ਼ ਪੜ੍ਹੋ। ਗੁਰੂ ਨਾਨਕ ਜੀ ਸਭ ਦੇ ਨਾਲ ਮਸਜਿਦ ਵਿੱਚ, ਮਸੀਤ ਵਿੱਚ ਚਲੇ ਗਏ। ਜਦ ਸਾਰੇ ਨਮਾਜ਼ ਪੜ੍ਹਨ ਲੱਗੇ ਤਾਂ ਉਸ ਵੇਲੇ ਬਾਬਾ ਜੀ ਹੱਸ ਪਏ। 2 ਵਾਰੀ ਹੱਸੇ ਪਰ ਨਮਾਜ਼ ਵਿੱਚ ਸ਼ਾਮਲ ਨਹੀਂ ਹੋਏ। ਕਾਜੀ ਨੇ ਕਿਹਾ, ਦੇਖਿਆ ਖਾਨ ਜੀ, ਇਹ ਕਾਫਰ ਸਾਡੀ ਨਮਾਜ਼ ਨੂੰ ਵੇਖ ਕੇ ਹੱਸਿਆ ਹੈ, ਸਾਡੀ ਨਮਾਜ਼ ਤੋਂ ਹੱਸਿਆ ਹੈ। ਤਾਂ ਦੌਲਤ ਖਾਨ ਨੇ ਪੁੱਛਿਆ, ਬਾਬਾ ਜੀ ਤੁਸੀਂ ਸਾਡੀ ਨਮਾਜ਼ ਤੋਂ ਕਿਉਂ ਹੱਸੇ ਹੋ? ਤਾਂ ਬਾਬਾ ਜੀ ਨੇ ਕਿਹਾ, ਮੈਂ ਨਮਾਜ਼ ਤੋਂ ਨਹੀਂ, ਤੁਹਾਡੀ ਉਠਕ ਬੈਠਕ ਨੂੰ ਵੇਖ ਕੇ ਹੱਸਿਆ। ਇਉਂ ਲੱਗਦਾ ਜਿਵੇਂ ਤੁਸੀਂ ਇੱਥੇ ਕਸਰਤ ਕਰਨ ਆਏ, ਐਕਸਰਸਾਈਜ਼ ਕਰਨ ਆਏ। ਤੁਹਾਡੇ ਉੱਠਣ ਬੈਠਣ ਨੂੰ ਵੇਖ ਕੇ ਮੈਂ ਤੇ ਹੱਸਿਆ। ਜੋ ਤੁਹਾਡੀ ਉਠਕ ਬੈਠਕ ਹੀ ਕਰਨੀ ਸੀ ਤਾਂ ਇਹ ਮਸੀਤ ਤੋਂ ਬਾਹਰ ਵੀ ਹੋ ਸਕਦੀ ਸੀ। ਮਸੀਤ ਵਿੱਚ ਆਉਣ ਦੀ ਕੀ ਲੋੜ ਸੀ? ਜਿਸ ਵੇਲੇ ਤੁਸੀਂ ਮਸੀਤ ਵਿੱਚ ਵੜੇ ਸੋ ਤੇ ਨਮਾਜ਼ ਤੋਂ ਪਹਿਲਾਂ ਮੁਸਲਮਾਨ ਉਜੂ ਕਰਦੇ ਆ, ਜਿਹਨੂੰ ਆਪਾਂ 5 ਇਸ਼ਨਾਨਾ ਕਹਿ ਦਿੰਦੇ ਕਿ ਦੋਵੇਂ ਪੈਰ ਧੋਣੇ, ਦੋਵੇਂ ਹੱਥ ਧੋਣੇ, ਇੱਕ ਮੂੰਹ ਧੋਣਾ। ਇਹ ਹੋ ਗਿਆ ਜੀ 5 ਇਸ਼ਨਾਨਾ। ਸਰੀਰ ਦੇ 5 ਅੰਗ ਗਿੱਲੇ ਕਰ ਲੈਣੇ, ਧੋ ਲੈਣੇ, ਮੂੰਹ ਹੱਥ ਧੋ ਲੈਣਾ। ਤੇ ਮੁਸਲਮਾਨ ਵੀ ਨਮਾਜ਼ ਪੜ੍ਹਨ ਤੋਂ ਪਹਿਲਾਂ ਇਹਨੂੰ ਉਜੂ ਕਹਿੰਦੇ ਆ। ਕਿਆ ਉਜੂ ਪਾਕ ਕੀਆ ਮੋਹ ਧੋਇਆ, ਕਿਆ ਹਜ ਕਾਬੇ ਜਾਇਆ। ਬਾਬਾ ਕਬੀਰ ਸਾਹਿਬ ਜੀ ਨੇ ਵੀ ਲਿਖਿਆ। ਤੋ ਜਦੋਂ ਤੁਸੀਂ ਉਜੂ ਕਰਦੇ ਸੀ ਨਾ, ਉਸ ਸਮੇਂ ਤੁਹਾਡਾ ਮਨ ਨਮਾਜ਼ ਵੱਲ ਹੈ ਸੀ
ਕਿ ਅਸੀਂ ਜਾ ਕੇ ਨਮਾਜ਼ ਪੜ੍ਹਨੀ ਹੈ। ਅਸੀਂ ਨਮਾਜ਼ ਪੜ੍ਹਨ ਆਏ ਹਾਂ। ਉਸ ਵੇਲੇ ਤੁਹਾਡਾ ਮਨ ਨਮਾਜ਼ ਵੱਲ ਸੀ ਤੇ ਤੁਹਾਡੇ ਉੱਪਰ ਖੁਦਾ ਪ੍ਰਸੰਨ ਸੀ। ਉਸ ਵੇਲੇ ਖੁਦਾ ਦੀ ਮਿਹਰ ਸੀ ਤੁਹਾਡੇ ਉੱਤੇ। ਪਰ ਜਦ ਨਮਾਜ਼ ਪੜ੍ਹਨ ਲੱਗੇ ਤਾਂ ਮਨ ਟਿਕਿਆ ਨਹੀਂ, ਮਨ ਖਲੋਤਾ ਨਹੀਂ। ਇਮਾਮ ਨੂੰ ਕਿਹਾ, ਹੇ ਇਮਾਮ, ਤੇਰੇ ਪਿੱਛੇ ਲੱਗ ਕੇ ਸਭ ਨੇ ਨਮਾਜ਼ ਅਦਾ ਕਰਨੀ ਸੀ, ਸੋ ਤੇਰੇ ਘਰ ਘੋੜੀ ਸੂਈ ਹੈ ਤੇ ਘਰ ਵਿੱਚ ਖੂਹ ਵੀ ਹੈ। ਤੇਰਾ ਧਿਆਨ ਉਧਰ ਗਿਆ ਸੀ ਕਿ ਮਤਾ ਮੇਰੀ ਵਿਸ਼ੇਰੀ ਖੂਹ ਵਿੱਚ ਪੈ ਜਾਵੇ, ਖੂਹ ਵਿੱਚ ਡਿੱਗ ਪਵੇ। ਜੇ ਇਮਾਮ ਦਾ ਮਨ ਨਹੀਂ ਟਿਕਿਆ ਤਾਂ ਹੋਰਨਾਂ ਦੀ ਨਮਾਜ਼ ਕਿਵੇਂ ਕਬੂਲ ਪੈਂਦੀ? ਕਿਉਂਕਿ ਇਮਾਮ ਹੀ ਸਭ ਤੋਂ ਅੱਗੇ ਖਲੋ ਕੇ ਨਮਾਜ਼ ਪੜ੍ਹਦਾ ਹੈ, ਬਾਕੀ ਮੂੰਹ 'ਚ ਪੜ੍ਹਦੇ ਹੈ। ਤੇ ਜਦੋਂ ਉਹ ਨੀਵਾਂ ਹੁੰਦਾ ਉਦੋਂ ਸਾਰੇ ਨੀਵੇਂ ਹੁੰਦੇ ਆ, ਜਦੋਂ ਉਹ ਬੈਠਦਾ ਉਦੋਂ ਸਾਰੇ ਬੈਠਦੇ ਨੇ, ਜਦੋਂ ਉਹ ਖਲੋਂਦਾ ਉਦੋਂ ਸਾਰੇ ਖਲੋ ਜਾਂਦੇ ਨੇ। ਫਿਰ ਖਾਨ ਨੇ ਵੀ ਸੋਚਿਆ ਕਿ ਵਾਕਿਆ ਹੀ ਇਹ ਕਾਜੀ ਦਾ ਮਨ ਬਾਹਰ ਹੀ ਕਿਧਰੇ ਹੋਣਾ। ਤੋ ਨਮਾਜ਼ ਨੂੰ ਨਵਾਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਕੋਈ ਬੜੀ ਪੈਦਾ ਹੋਇਆ ਹੈ, ਤੋ ਇਸ ਵਿੱਚ ਕੋਈ ਬਲ ਛਲ ਨਹੀਂ ਹੈ ਔਰ ਇਹ ਤੇ ਲੋਕਾਂ ਦੇ ਵਲ ਕੱਢਣ ਵਾਸਤੇ ਆਇਆ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਵਾਬ ਨੂੰ ਵੀ ਕਹਿ ਦਿੱਤਾ ਕਿ ਨਵਾਬ ਜੀ, ਜਦੋਂ ਤੁਸੀਂ ਨਮਾਜ਼ ਵਿੱਚ ਖੜੇ ਸੋ, ਤੁਸੀਂ ਤੇ ਕਾਬਲ ਕੰਧਾਰ ਦੀ ਘੋੜਿਆਂ ਦੀ ਮੰਡੀ ਵਿੱਚ ਘੋੜੇ ਪਸੰਦ ਕਰ ਰਹੇ ਸੋ, ਇਸ ਲਈ ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ? ਤੁਹਾਡੇ ਨਾਲ ਹੀ ਆਇਆ ਸਾਂ, ਤੁਸੀਂ ਇੱਥੇ ਹੈ ਕੋਈ ਨਹੀਂ ਸੀ, ਇਸ ਵਾਸਤੇ ਮੈਂ ਨਮਾਜ਼ ਵਿੱਚ ਸ਼ਾਮਲ ਨਹੀਂ ਹੋਇਆ। ਬਾਕੀ ਉੱਠਤ ਬੈਠਤ ਕਰਨ ਦੇ ਨਾਲ ਨਮਾਜ਼ ਅਦਾ ਨਹੀਂ ਹੁੰਦੀ। ਬਾਣੀ ਵਿੱਚ ਮਹਾਰਾਜ ਜੀ ਨੇ ਸ਼ਲੋਕ ਉਸ ਵੇਲੇ ਉਚਾਰਨ ਕੀਤਾ, ਵਾਰ ਮਾਝ ਕੀ ਮਹੱਲਾ ਪਹਿਲਾ, ਮੁਸਲਮਾਨ ਕਹਾਵਨ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੇ। ਹੋਏ ਮੁਸਲਮ ਦੀਨ ਮੁਹਾਣੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਤਉ ਨਾਨਕ ਸਰਬ ਜੀਆਂ ਮੇ ਰਮਤ, ਹੋਏ ਤਾਂ ਮੁਸਲਮਾਨ ਕਹਾਵੇ। ਕਹਿੰਦੇ ਭਾਈ ਮੁਸਲਮਾਨ ਬਣਨਾ ਬੜਾ ਔਖਾ ਜੇ। ਮੁਸਲਮਾਨ ਦਾ ਅਖਰੀ ਅਰਥ ਹੈ ਮੁਸਲਮਾਨ। ਮਾਨ ਦਾ ਅਰਥ ਹੈ ਹੰਕਾਰ ਤੇ ਮੁਸਲ ਦਾ ਅਰਥ ਹੈ ਮਸਲ ਕਰਨਾ, ਮਲ ਦੇਣਾ, ਮਸਲਣਾ। ਇਸ ਵਾਸਤੇ ਜਿਹੜਾ ਅਹੰਕਾਰ ਨੂੰ ਮਸਲ ਦਵੇ ਉਹਦਾ ਨਾਮ ਮੁਸਲਮਾਨ ਹੈ। ਤੇ ਮੁਸਲਮਾਨ ਕਹਾਵਨ ਮੁਸ਼ਕਲ, ਐਸਾ ਮੁਸਲਮਾਨ ਬਣਨਾ, ਐਸਾ ਮੁਸਲਮਾਨ ਅਖਵਾਉਣਾ ਬਹੁਤ ਔਖੀ ਗੱਲ ਹੈ। ਬਾਣੀ 'ਚ ਮੁਸਲਮਾਨ ਦੀ ਵਿਆਖਿਆ ਹੋਰ ਵੀ ਕੀਤੀ ਮਹਾਰਾਜ ਨੇ ਕਿ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਦੁਨੀਆ ਰੰਗ ਨਾ ਆਵੇ ਨੇਰੇ, ਜਿਉ ਕੁਸਮ ਪਾਠ ਘਿਓ ਪਾਕ ਹਰਾ। ਕਹਿੰਦੇ ਮੁਸਲਮਾਨ ਦਾ ਦਿਲ ਇੰਨਾ ਪਾਕ ਪਵਿੱਤਰ ਹੋਣਾ ਚਾਹੀਦਾ ਕਿ ਕਦੇ ਉਹਦੇ ਲਾਗੇ ਹੰਕਾਰ ਨਾ ਆਵੇ। ਪਰ ਮੁਸਲਮਾਨ ਤੇ ਆਪਣੇ ਮਜ਼ਹਬ ਦੇ ਹੰਕਾਰ ਵਿੱਚ ਹੀ ਤੁਰੇ ਫਿਰਦੇ, ਆਪਣੇ ਭੇਖ ਦੇ ਹੰਕਾਰ ਵਿੱਚ ਹੀ ਤੁਰੇ ਫਿਰਦੇ, ਬਾਕੀ ਸਾਰਿਆਂ ਨੂੰ ਕਾਫਰ ਦੱਸੀ ਜਾਂਦੇ।
ਕਿ ਬਾਕੀ ਸਾਰੇ ਨਰਕਾਂ ਨੂੰ ਜਾਣਗੇ, ਬਿਸ਼ਟਾਂ ਨੂੰ ਤੇ ਕੇਵਲ ਅਸੀਂ ਹੀ ਜਾਣਾ ਹੈ। ਐਸਾ ਕੋਈ ਲਾਜ਼ਮੀ ਨਹੀਂ ਹੈ। ਮਹਾਰਾਜ ਨੇ ਕਿਹਾ ਸੀ, ਕਾਜੀ ਉਹ ਨਰਕਾਂ ਨੂੰ ਹੀ ਜਾਣਗੇ ਜਿਹੜਾ ਪਰਾਇਆ ਹੱਕ ਖਾਂਦੇ, ਚਾਹੇ ਉਹ ਹਿੰਦੂ ਹੋਣ ਚਾਹੇ ਮੁਸਲਮਾਨ ਹੋਣ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਸਾਡਾ ਗੁਰੂ ਤੁਹਾਡਾ ਪੀਰ ਤਾਂ ਤੁਹਾਡੀ ਸਿਫਾਰਿਸ਼ ਕਰੇਗਾ ਜੇ ਤੁਸੀਂ ਪਰਾਇਆ ਹੱਕ ਨਹੀਂ ਖਾਂਦੇ, ਜੇ ਤੁਸੀਂ ਗਰੀਬ ਮਾਰ ਨਹੀਂ ਕਰਦੇ, ਜੇ ਤੁਸੀਂ ਬੇਈਮਾਨੀ ਤੋਂ ਬਚੇ ਹੋ, ਤੇ ਤਾਂ ਗੁਰੂ ਪੀਰ ਸਿਫਾਰਿਸ਼ ਕਰਦੇ ਹੈ। ਨਹੀਂ ਤਾਂ ਵੀ ਕਹਿੰਦੇ ਨੇ ਆਪਣੀ ਕੀਤੀ ਆਪੇ ਭੋਗ, ਅਸੀਂ ਇਸ ਗੱਲ ਦੇ ਜ਼ਿੰਮੇਵਾਰ ਨਹੀਂ ਹੈ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਮੁਰਦਾਰ ਦਾ ਅਰਥ ਝੂਠ, ਕੂੜ ਬੋਲ ਮੁਰਦਾਰ ਖਾਏ। ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੈ। ਨਾਨਕ ਐਸਾ ਆਗੂ ਜਾਪੈ। ਕਹਿੰਦੇ ਆਪ ਵੀ ਲੁੱਟਿਆ ਗਿਆ ਤੇ ਆਪਣੇ ਸਾਥੀਆਂ ਦਾ ਵੀ ਬੇੜਾ ਗਰਕ ਕਰ ਦਿੱਤਾ। ਐਸੇ ਅੰਧੇ ਆਗੂ ਨੇ। ਅੰਧਾ ਆਗੂ ਜੇਤੀਐ, ਕਿਉ ਪਾਦਰ ਜਾਣੈ। ਇਸ ਲਈ ਆਗੂ ਨੂੰ ਬਹੁਤ ਸੋਚ ਸਮਝ ਕੇ ਤੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖ ਕੇ, ਆਪਣੇ ਕਿਰਦਾਰ ਨੂੰ ਪਵਿੱਤਰ ਰੱਖ ਕੇ ਹੀ ਉਹ ਅਗਵਾਈ ਕਰ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਲਤਾਨਪੁਰ ਦੇ ਵਿੱਚ ਇਹ ਜਿੱਥੇ ਕੌਤਕ ਵਰਤਾਇਆ, ਉੱਥੇ ਅੱਜ ਕੱਲ੍ਹ ਗੁਰਦੁਆਰਾ ਅੰਤਰਜਾਮਤਾ ਸਾਹਿਬ ਬਣਿਆ, ਕਿਉਂਕਿ ਇਹ ਮਹਾਰਾਜ ਨੇ ਅੰਤਰਜਾਮਤਾ ਵਿਖਾਈ, ਉਹਨਾਂ ਦੇ ਦਿਲਾਂ ਦੀਆਂ ਬੁੱਝ ਲਈਆਂ ਤੇ ਕਹਿ ਦਿੱਤਾ, ਜੇ ਤੁਹਾਡੇ ਆਗੂਆਂ ਦੇ ਦਿਲ ਨਹੀਂ ਖਲੋਤੇ ਤਾਂ ਆ ਮਗਰ ਜਿਹੜਾ 1000 ਬੰਦਾ ਤੁਹਾਡੇ ਨਮਾਜ਼ ਪੜ੍ਹਨ ਨੂੰ ਖਲੋਤਾ ਹੈ, ਇਹ ਵੀ ਆਪੋ ਆਪਣੇ ਘਰਾਂ ਵਿੱਚ ਆਪੋ ਆਪਣੇ ਧੰਦਿਆਂ ਵਿੱਚ ਹੀ ਰੁੱਝੇ ਹੋਏ ਸਨ। ਨਮਾਜ਼ ਵਿੱਚ ਤੇ ਕਿਸੇ ਦਾ ਵੀ ਧਿਆਨ ਨਹੀਂ ਸੀ। ਤੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ, ਸਮੂਹ ਸਾਧ ਸੰਗਤ ਦੀ ਹਾਜ਼ਰੀ, ਗੁਰੂ ਦਰ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।